ਨਾ ਜਾਈ। ਹਾਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਗਲ ਦਵਾਰ ਕੋ ਛਾੜ ਕੇ, ਗਇਓ ਤੁਹਾਰੂ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਸਗਲ ਦਵਾਰ ਕੋ ਛਾੜ ਕੇ, ਗਇਓ ਤੁਹਾਰੂ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਸਨਮਾਨਯੋਗ ਗੁਰੂ ਜੀ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ ਜੀ, ਜੋ ਕਿ ਰਾਗ ਧਨਾਸਰੀ ਦੇ ਵਿੱਚ 688 ਅੰਗ ਤੋਂ ਆਰੰਭ ਹੋ ਕੇ 699 ਅੰਗ ਤੇ ਸੰਪੂਰਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਹੁਕਮੀ ਆਇਆ ਹੁਕਮ ਨ ਬੂਝੈ, ਹੁਕਮ ਸਵਾਰਨ ਹਾਰਾ। ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਕਿ ਪਰਮਾਤਮਾ ਹੈ, ਉਹਦਾ ਇੱਕ ਨਾਮ ਆ, ਉਹਦੇ ਤੋਂ ਬਿਨਾਂ ਬੰਦਿਆ ਤੇਰਾ ਕੋਈ ਵੀ ਸੱਚਾ ਬੇਲੀ, ਸੱਚਾ ਸਾਥੀ ਨਹੀਂ ਹੈਗਾ। ਪਰਮਾਤਮਾ ਦੇ ਹੁਕਮ ਦੁਆਰਾ ਹੀ ਇਨਸਾਨ ਇਸ ਧਰਤੀ ਤੇ ਆਉਂਦਾ ਹੈ। ਹੁਕਮ ਨੂੰ ਬੁੱਝ ਕੇ ਹੀ ਆਪਾ ਸਵਾਰਿਆ ਜਾ ਸਕਦਾ, ਪਰ ਉਹ ਬੰਦਾ ਜੋ ਹੁਕਮ ਦੇ ਦੁਆਰਾ ਹੀ ਆਉਂਦਾ ਹੈ, ਉਹ ਪਰਮਾਤਮਾ ਦਾ ਹੁਕਮ ਨਹੀਂ ਬੁੱਝਦਾ, ਜਿਸ ਕਰਕੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਖੁਆਰ ਹੋ ਜਾਂਦੀ ਆ। ਜਿਸ ਕਰਕੇ ਜੋ ਅਮਰਾ ਪਦ ਹੁੰਦਾ ਹੈ, ਉਹਦੀ ਉਹਨੂੰ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਹੁਕਮ ਦੁਆਰਾ ਭੇਜਿਆ ਹੁੰਦਾ, ਜਦੋਂ ਉਹ ਸੱਦਦਾ ਹੈ ਫਿਰ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ, ਫਿਰ ਜ਼ੋਰ ਨਹੀਂ ਚੱਲਦਾ ਉੱਥੇ। ਭਾਵ ਕਿ ਤੂੰ ਘੱਲਿਆ ਅਸੀਂ ਜੱਗ ਵਿੱਚ ਆਏ, ਤੂੰ ਸੱਦੇ ਉੱਠ ਜਾਣਾ, ਪੈਰ ਪਸਾਰ ਕਿਸੇ ਨਹੀਂ ਰਹਿਣਾ, ਕਿਆ ਰਾਜਾ ਕਿਆ ਰਾਣਾ। ਲੱਖ ਵਰੇ ਦੀ ਹੋਵੇ ਆਰਜੂ, ਓੜਕ ਨੂੰ ਤੁਰ ਜਾਣਾ। ਭਾਵੇਂ ਕਿਸੇ ਦੀ ਲੱਖਾਂ ਸਾਲ ਦੀ ਉਮਰ ਹੋਵੇ, ਅੰਤ ਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ, ਆਓ ਆਪਾਂ ਪਿਆਰ ਨਾਲ ਇਹਦੀ ਵਿਚਾਰ ਕਰਨੀ ਹੈ। ਸਾਰੇ ਸਰੀਰ ਨੂੰ ਪੂਰੇ ਧਿਆਨ ਦੇ ਨਾਲ ਇਕਾਗਰ ਕਰਕੇ ਗੁਰੂ ਨਾਨਕ ਸਾਹਿਬ ਜੀ ਕੀ ਆਖਦੇ ਨੇ। ਧਨਾਸਰੀ ਮਹੱਲਾ ਪਹਿਲਾ। ਰਾਗ ਹੈ ਧਨਾਸਰੀ। ਮਹੱਲਾ ਪਹਿਲਾ ਤੋਂ ਭਾਵ ਹੀ ਹੈ ਕਿ ਪਹਿਲੇ ਗੁਰੂ ਦੀ ਬਾਣੀ ਆ। ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜੇਕਰ ਮੈਂ ਆਪਣੀ ਜ਼ਿੰਦਗੀ ਵਿੱਚ ਆਨੰਦ ਤੱਕਿਆ, ਆਨੰਦ ਨੂੰ ਜਾਣਿਆ, ਆਨੰਦ ਨੂੰ ਮਾਣਿਆ, ਆਨੰਦ ਨੂੰ ਮਹਿਸੂਸ ਕੀਤਾ, ਤਾਂ ਉਹ ਤੇਰੇ ਨਾਮ ਦੇ ਵਿੱਚ ਸੀ, ਉਹ ਤੇਰੀ ਬੰਦਗੀ ਵਿੱਚ ਸੀ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਹੇ ਵਾਹਿਗੁਰੂ, ਜਦੋਂ ਮੈਂ ਤੇਰੇ ਨਾਮ ਨੂੰ ਜਪਦਾ ਹਾਂ, ਉਦੋਂ ਮੈਨੂੰ ਆਨੰਦ ਮਿਲਦਾ ਹੈ, ਉਦੋਂ ਮੈਨੂੰ ਜੀਵਨ ਮਿਲਦਾ ਹੈ। ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਜਿਹੜੇ ਪ੍ਰਮਾਤਮਾ ਦੇ ਗੁਣ ਗਾਉਣੇ ਨੇ, ਉਹੀ ਉਹਦਾ ਸੱਚਾ ਨਾਮ ਹੈ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਵਾਹਿਗੁਰੂ ਦੀ ਗੁਰੂ ਨਾਨਕ ਜੀ ਕਹਿੰਦੇ ਇੱਕ ਮਰਿਆਦਾ ਹੈ ਬਣਾਈ ਹੋਈ ਪਰਮਾਤਮਾ ਦੀ। ਜਦੋਂ ਉਹਦਾ ਸੱਦਾ ਆ ਜਾਵੇ, ਜਦੋਂ ਧਰਤੀ ਤੇ ਭੇਜਣਾ ਚਾਹੇ ਬੰਦੇ ਨੂੰ, ਆਉਣਾ ਪੈਂਦਾ ਹੈ। ਪਰਵਾਣਾ ਦੇ ਅਰਥ ਆ ਚਿੱਠੀ, ਪੱਤਰ, ਸੱਦਾ, ਸੁਨੇਹਾ। ਤੇ ਜਦੋਂ ਉਸੇ ਬੰਦੇ ਨੂੰ ਪਰਮਾਤਮਾ ਆਵਾਜ਼ ਮਾਰ ਲਵੇ, ਉਹਨੂੰ ਜਾਣਾ ਪੈਂਦਾ ਹੈ। ਆਉਨੇ ਵੀ ਉਹਦੀ ਮਰਜ਼ੀ ਨਾਲ ਹਾਂ, ਜਾਣੇ ਵੀ ਉਹਦੀ ਮਰਜ਼ੀ ਨਾਲ ਹਾਂ। ਇਨਸਾਨ ਜਨਮ ਉਹਦਾ, ਸਾਡਾ ਜੋ ਵੀ ਹੁੰਦਾ, ਜਦੋਂ ਸਮਾਂ ਹੁੰਦਾ, ਇਹ ਪਰਮਾਤਮਾ ਦੇ ਹੁਕਮ ਪਠਾਇਆ। ਇਹ ਉਹਦੇ ਹੁਕਮ ਦੇ ਵਿੱਚ ਅਸੀਂ ਆਉਂਦੇ ਹਾਂ, ਹੁਕਮ ਦੇ ਵਿੱਚ ਹੀ ਅਸੀਂ ਜਾਂਦੇ ਹਾਂ। ਪਰ ਜੋ ਵਿਚਕਾਰਲੀ ਜ਼ਿੰਦਗੀ ਆ, ਉਹ ਅਸੀਂ ਆਪਦੀ ਹਉਮੈ ਨਾਲ ਜਿਉਂਦੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਬਹੁਤ ਸੋਹਣਾ ਕਹਿੰਦੇ ਨੇ ਕਿ ਇਹ ਨੈਣ ਨਕਸ਼ ਮਾਂ ਪਿਓ, ਇਹਦੀ ਚੋਣ ਬੰਦਾ ਨਹੀਂ ਕਰਦਾ ਕਦੇ ਵੀ। ਮਤਲਬ ਕਿ ਮੇਰੇ ਨੈਣ ਨਕਸ਼ ਨੇ, ਤੁਹਾਡੇ ਨੈਣ ਨਕਸ਼ ਨੇ, ਚਮੜੀ ਦਾ ਰੰਗ ਕਿੱਦਾਂ ਦਾ ਹੋਣਾ ਚਾਹੀਦਾ, ਇਹ ਅਸੀਂ ਚੁਣਿਆ ਨਹੀਂ ਹੈ। ਇਹ ਪਰਮਾਤਮਾ ਨੇ ਸਾਨੂੰ ਜਿਵੇਂ ਦੇ ਦਿੱਤਾ, ਉਹਨੂੰ ਅਸੀਂ ਕਬੂਲ ਕਰ ਲਿਆ। ਅਸੀਂ ਇਹ ਨਹੀਂ ਆਖਿਆ ਕਿ ਉਹ ਮਾਂ ਪਿਓ ਦੇ ਘਰੇ ਸਾਨੂੰ ਭੇਜ, ਜਿਹਦੇ ਘਰੇ ਬਹੁਤ ਜ਼ਿਆਦਾ ਪੈਸੇ ਆ, ਮੇਰਾ ਜਨਮ ਉੱਥੇ ਹੋਵੇ। ਇਹ ਵੀ ਸਾਨੂੰ ਕੋਈ ਪਤਾ ਨਹੀਂ ਇਹਦੇ ਸੰਬੰਧ ਵਿੱਚ। ਜਿੱਥੇ ਪ੍ਰਮਾਤਮਾ ਨੇ ਭੇਜ ਦਿੱਤਾ, ਉੱਥੇ ਅਸੀਂ ਆ ਗਏ ਹਾਂ। ਤਾਂ ਹੁਣ ਉਹ ਜਨਮ ਜਿਹੜਾ ਹੈ, ਇਹਦੇ ਵਿੱਚ ਸਾਡੀ ਕੋਈ ਮਰਜ਼ੀ ਨਹੀਂ ਹੈਗੀ, ਤੇ ਮਰਨ ਦੇ ਵਿੱਚ ਵੀ ਬੰਦੇ ਦੀ ਕੋਈ ਮਰਜ਼ੀ ਨਹੀਂ ਹੈਗੀ। ਜੋਰ ਨ ਜੀਵਨ ਮਰਨ ਨ ਜੋਰ। ਮਰਨ ਵਿੱਚ ਵੀ ਬੰਦੇ ਦਾ ਕੋਈ ਜ਼ੋਰ ਨਹੀਂ, ਜਨਮ ਹੋਣ ਵਿੱਚ ਵੀ ਬੰਦੇ ਦਾ ਕੋਈ ਜ਼ੋਰ ਨਹੀਂ। ਇਹ ਉਹਦਾ ਹੁਕਮ ਹੈ। ਹੁਣ ਤੁਸੀਂ ਵੇਖੋ, ਇਹਦੇ ਵਿਚਕਾਰਲੀ ਜਿਹੜੀ ਜ਼ਿੰਦਗੀ ਆ, ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ। ਜਨਮ ਤੇ ਮਰਨ ਦੇ ਵਿਚਕਾਰਲੀ ਜਿਹੜੀ ਜ਼ਿੰਦਗੀ ਆ, ਜਿਵੇਂ ਆਪਾਂ ਹੁਣ ਬੈਠੇ ਹਾਂ ਜਾਂ ਆਪਾਂ ਘਰਾਂ ਵਿੱਚ ਹਾਂ, ਬਾਕੀ ਜ਼ਿੰਦਗੀ ਆ, ਉਮਰਾਂ ਦੇ ਜਿਹੜੇ ਬਾਕੀ ਸਾਲ ਆ, ਰਹਿੰਦੀ ਉਮਰ ਜਿੰਨੀ ਆ, ਜਨਮ ਤੋਂ ਮੌਤ ਦੇ ਵਿਚਕਾਰਲਾ ਸਮਾਂ, ਉਹਦੇ ਵਿੱਚ ਬੰਦਾ ਪਰਮਾਤਮਾ ਦਾ ਹੁਕਮ ਨਹੀਂ ਬੁੱਝਦਾ, ਮਰਜ਼ੀਆਂ ਕਰਦਾ ਹੈ। ਜਿੱਦਾਂ ਉਹਨੇ ਕਿਹਾ ਸੀ ਕਰਨ ਨੂੰ, ਉਹ ਨਹੀਂ ਕਰਦਾ ਹੈ। ਇਸ ਕਰਕੇ ਹੀ ਉਹ ਖੁਆਰ ਹੁੰਦਾ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ।
ਇੱਕ ਫਕੀਰ ਦੀ ਮੈਂ ਗਾਥਾ ਪੜ੍ਹ ਰਿਹਾ ਸੀ, ਅੱਗੇ ਵੀ ਆਪਾਂ ਸਾਂਝੀ ਕੀਤੀ ਆ। ਇਹ ਬੰਦਾ ਇੰਨਾ ਦੁਖੀ ਕਿਉਂ ਆ। ਕੋਈ ਨੌਜਵਾਨ ਸੀ, ਚੱਲ ਕੇ ਆ ਗਿਆ ਕਿਸੇ ਫਕੀਰ ਕੋਲੇ, ਕਹਿਣ ਲੱਗਾ ਜੀ ਇੱਕ ਗੱਲ ਸਮਝ ਨਹੀਂ ਆਉਂਦੀ। ਉਹ ਪੁੱਛਣ ਲੱਗੇ ਤੁਸੀਂ ਬੈਠੋ, ਪੁੱਛੋ ਕੀ ਸਮਝ ਨਹੀਂ ਆਉਂਦੀ। ਉਹ ਕਹਿੰਦੇ ਮੈਂ ਬੜੀ ਦੂਰੋਂ ਚੱਲ ਕੇ ਆਇਆ, ਵੀ ਤੁਸੀਂ ਬੰਦਗੀ ਵਾਲੇ ਹੋ, ਤੁਸੀਂ ਮੈਨੂੰ ਦੱਸੋਗੇ ਇਹਦਾ ਉੱਤਰ ਕੀ ਆ ਕਿ ਰੂਹਾਂ ਜਿਹੜੀਆਂ ਨੇ, ਇੰਨੀਆਂ ਰੂਹਾਂ ਕਿੱਥੋਂ ਆਉਂਦੀਆਂ ਨੇ ਤੇ ਕਿੱਥੇ ਜਾ ਕੇ ਸਮਾ ਜਾਂਦੀਆਂ ਨੇ। ਕਿੱਥੋਂ ਉਪਜੈ ਕਹਿ ਰਹਿ, ਕਿੱਥੇ ਜਾਏ ਸਮਾਏ। ਆ ਰੂਹਾਂ ਇੰਨੀਆਂ ਆ ਰਹੀਆਂ ਨੇ, ਸਰੀਰ ਆਪਾਂ ਸ਼ਮਸ਼ਾਨ ਘਾਟ ਜਲਾਉਨੇ ਆ, ਪਰ ਉਹ ਰੂਹਾਂ ਕਿੱਧਰ ਨੂੰ ਚਲੀਆਂ ਜਾਂਦੀਆਂ ਤੇ ਕਿੱਥੋਂ ਆਉਂਦੀਆਂ ਨੇ। ਉਹ ਫਕੀਰ ਕਹਿਣ ਲੱਗਾ ਮੈਂ ਤੈਨੂੰ ਇਮਾਨਦਾਰੀ ਨਾਲ, ਓਨੈਸਟ ਤਰੀਕੇ ਨਾਲ ਕਹਿਣਾ ਵੀ ਇਹਦਾ ਅਰਥ ਮੈਨੂੰ ਨਹੀਂ ਪਤਾ, ਪਰ ਹਾਂ ਤੂੰ ਚੱਲ ਕੇ ਆਇਆ, ਮੈਨੂੰ ਇਹ ਪਤਾ, ਇਹ ਤਾਂ ਨਹੀਂ ਪਤਾ ਕਿ ਰੂਹਾਂ ਕਿੱਥੋਂ ਆਉਂਦੀਆਂ, ਕਿੱਥੇ ਜਾ ਕੇ ਸਮਾ ਜਾਂਦੀਆਂ, ਪਰ ਇੰਨਾ ਹੀ ਪਤਾ ਮੈਨੂੰ ਕਿ ਲੋਕ ਜਿਹੜੇ ਆ ਰੋਂਦੇ ਹੀ ਆਉਂਦੇ ਆ, ਰੋਂਦੇ ਹੀ ਜ਼ਿੰਦਗੀ ਜਿਉਂਦੇ ਆ, ਰੋਂਦੇ ਹੀ ਜਾਂਦੇ। ਰੂਹਾਂ ਦਾ ਨਹੀਂ ਪਤਾ ਵੀ ਉਹ ਕਿੱਥੋਂ ਆ ਰਹੀਆਂ, ਕਿੱਥੇ ਜਾਏ ਸਮਾਏ, ਕਿੱਥੇ ਜਾ ਕੇ ਸਮਾ ਜਾਂਦੀਆਂ ਨੇ, ਪਰ ਇੰਨਾ ਹੀ ਪਤਾ ਵੀ ਲੋਕ ਜਿਹੜੇ ਆ ਰੋਂਦੇ ਹੋਏ ਆਉਂਦੇ ਆ, ਰੋਂਦੇ ਹੋਏ ਬੱਚੇ ਜਨਮ ਲੈਂਦੇ ਆ, ਰੋਂਦੇ ਹੋਏ ਲੋਕ ਜ਼ਿੰਦਗੀ ਜਿਉਂਦੇ ਆ, ਦੁਖੀ ਰਹਿ ਕੇ ਦੁਖੀ ਹੋ ਜਾਂਦੇ ਆ, ਅੰਤ ਸਮੇਂ ਰੋਂਦੇ ਹੀ ਜਾਂਦੇ ਆ। ਇੰਨਾ ਕੋ ਕਹਿੰਦੇ ਮੈਨੂੰ ਪਤਾ ਹੈ। ਤਾਂ ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਜੀ ਬਿਲਕੁਲ ਉਹ ਫਕੀਰ ਨੇ ਜਿਵੇਂ ਆਖਿਆ, ਹੁਕਮੀ ਆਇਆ ਹੁਕਮ ਨ ਬੂਝੈ, ਹੁਕਮ ਸਵਾਰਨ ਹਾਰਾ, ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਬੰਦੇ ਦੇ ਸਿਰ ਦੇ ਉੱਪਰ ਇੱਕ ਭਾਰ ਆ, ਇੱਕ ਭਾਰੀ ਪੰਡ ਆ, ਉਹ ਕਿਸੇ ਨੇ ਨਹੀਂ ਲੱਦੀ, ਇਹਨੇ ਖੁਦ ਲੱਦੀ ਆ। ਬੰਦੇ ਨੂੰ ਦੂਜੇ ਦਾ ਦੁੱਖ ਛੋਟਾ ਲੱਗਦਾ, ਆਪਣਾ ਦੁੱਖ ਵੱਡਾ ਲੱਗਦਾ, ਕਿਉਂਕਿ ਬੰਦੇ ਨੂੰ ਆਪਣੀ ਅਕਲ ਵੱਡੀ ਲੱਗਦੀ ਆ, ਦੂਜੇ ਦੀ ਅਕਲ ਛੋਟੀ ਲੱਗਦੀ ਆ ਤੁਲਨਾ ਦੇ ਵਿੱਚ। ਇਸ ਕਰਕੇ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਦੁੱਖ ਆ, ਪਰ ਉਹ ਜਦੋਂ ਦੂਜੇ ਬੰਦੇ ਦੇ ਦੁੱਖ ਸੁਣ ਲਵੇ ਫਿਰ ਉਹਨੂੰ ਛੋਟੇ ਲੱਗਦੇ ਆਪਦੇ ਦੁੱਖ। ਕਈ ਵਾਰ ਇਵੇਂ ਹੁੰਦਾ ਹੈ। ਜਿਵੇਂ ਕਿ ਵਿਦਵਾਨ ਇਹ ਕਹਿੰਦੇ ਨੇ, ਜੇ ਤੁਸੀਂ ਆਪਣੇ ਆਪ ਨੂੰ ਦੁਖੀ ਮੰਨਦੇ ਹੋ, ਪਿੰਗਲਵਾੜੇ ਵਿੱਚ ਜਾਓ, ਉੱਥੇ ਦੇਖੋ ਉਹਨਾਂ ਲੋਕਾਂ ਨੂੰ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਆ। ਜੇ ਇਦੋਂ ਵੀ ਉੱਪਰ ਤੁਸੀਂ ਦੇਖਣਾ ਚਾਹੁੰਦੇ ਹੋ, ਹੌਸਪੀਟਲ ਦੇ ਵਿੱਚ ਉਹ ਵਾਰਡ ਜਿੱਥੇ ਝੁਲਸੇ ਹੋਏ ਲੋਕਾਂ ਦਾ, ਜਿਹੜੇ ਅੱਗ ਨਾਲ ਝੁਲਸ ਜਾਂਦੇ ਆ, ਉਹਨਾਂ ਦਾ ਇਲਾਜ ਕੀਤਾ ਜਾਂਦਾ, ਜਾਓ ਉੱਥੇ ਉਹਨਾਂ ਨੂੰ ਦੇਖੋ। ਜਾਂ ਜਿਹੜੇ ਬਲਾਈਂਡ ਲੋਕ ਨੇ, ਜਿਨ੍ਹਾਂ ਨੂੰ ਦਿਖਦਾ ਨਹੀਂ, ਉੱਥੇ ਜਾਓ, ਉੱਥੇ ਦੇਖੋ ਉਹਨਾਂ ਨੂੰ ਹੌਸਪੀਟਲ 'ਚ ਵੀ ਉਹ ਕਿੰਨੇ ਦੁਖੀ ਆ। ਸਾਡੇ ਕੋਲ ਉਹ ਹੈ, ਉਹਨਾਂ ਕੋਲ ਉਹ ਨਹੀਂ। ਉਹਦੇ ਲਈ ਉਹ ਤਰਸਦੇ ਆ ਜਿਹੜੀਆਂ ਸਾਡੇ ਕੋਲ ਵੈਸੇ ਹੀ ਸਾਨੂੰ ਮਿਲ ਗਈਆਂ ਚੀਜ਼ਾਂ। ਜਿਵੇਂ ਇੱਕ ਪਿੰਗਲਾ ਹੁੰਦਾ, ਉਹ ਤੁਰ ਨਹੀਂ ਸਕਦਾ, ਸਾਡੇ ਕੋਲ ਲੱਤਾਂ ਨੇ, ਪਰ ਸਾਡੇ ਕੋਲ ਉਹ ਆ ਜੋ ਉਹ ਹੋਣ ਲਈ ਤਰਸਦਾ, ਉਹ ਮੰਗਦਾ। ਤਾਂ ਐਸੀਆਂ ਚੀਜ਼ਾਂ ਬੰਦੇ ਨੂੰ ਗੁਰੂ ਵਾਲਾ ਬਣਾ ਦਿੰਦੀਆਂ ਨੇ। ਪਰ ਇਨਸਾਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਏਕ ਸਾਹਿਬ ਦੋਇ ਰਾਹ, ਵਾਦ ਵਦੰਦਿਆ ਜੀਓ। ਪਰਮਾਤਮਾ ਇੱਕ ਹੈ, ਰਾਹ ਉਹਨੇ ਦੋ ਬਣਾਏ ਹੋਏ ਨੇ, ਜਨਮ ਤੇ ਮਰਨ। ਸਾਡੇ ਲਈ ਦੋ ਰਾਹ ਬਣਾ ਦਿੱਤੇ, ਜਨਮ ਤੇ ਮਰਨ। ਏਕ ਸਾਹਿਬ ਦੋ ਰਾਹ, ਵਾਦ ਵਦੰਦਿਆ ਜੀਓ। ਦੋਇ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰ। ਦੋ ਰਾਹ ਬਣਾ ਦਿੱਤੇ ਇੱਕ ਰੱਬ ਨੇ, ਜਨਮ ਵੀ ਉਹ ਕਰਦਾ, ਮਰਨ ਵੀ ਉਹ ਕਰਦਾ, ਭੇਜਦਾ ਵੀ ਉਹ ਆ, ਸੱਦਦਾ ਵੀ ਉਹ ਆ, ਖੜਾਉਣ ਵਾਲਾ ਵੀ ਉਹ ਆ, ਮਰਜਾਉਣ ਵਾਲਾ ਵੀ ਉਹ ਆ, ਸੁਕਾਉਣ ਵਾਲਾ ਵੀ ਉਹ ਆ। ਇਸ ਕਰਕੇ ਦੋ ਰਾਹ ਉਹਨੇ ਬਣਾ ਦਿੱਤੇ ਨੇ। ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਇਹ ਉਹਦੇ ਹੁਕਮ ਨੂੰ ਬੁੱਝੇ ਤੋਂ ਬਿਨਾਂ ਇਸ ਸੰਸਾਰ ਵਿੱਚ ਜ਼ਿੰਦਗੀ ਜਿਉਣੀ ਇਉਂ ਆ ਜਿਵੇਂ ਕਿ
ਗੰਦਗੀ ਦਾ ਟੋਕਰਾ ਭਰ ਕੇ ਮੈਂ ਆਪਦੇ ਸਿਰ ਤੇ ਚੁੱਕਾਂ ਤੇ ਸਾਰੀ ਜ਼ਿੰਦਗੀ ਮੈਂ ਬਤੀਤ ਕਰਾਂ। ਇਵੇਂ ਹੈ। ਹੁਕਮੀ ਆਇਆ ਹੁਕਮ ਨ ਬੂਝੈ, ਹੁਕਮ ਸਵਾਰਨ ਹਾਰਾ। ਨਾਨਕ ਸਾਹਿਬ ਸ਼ਬਦ ਸੁਣਿਆਪੈ, ਸਾਚਾ ਸਿਰਜਣਹਾਰਾ। ਜੇ ਕੋਈ ਅੱਜ ਤੱਕ ਸਵਰਿਆ ਹੈ, ਸੋਹਣਾ ਬਣਿਆ, ਉਹ ਸ਼ਬਦ ਸਵਾਰਨਹਾਰ। ਗੁਰੂ ਦੇ ਸ਼ਬਦ ਨੇ ਉਹਨੂੰ ਸਵਾਰਿਆ ਹੈ। ਜੇ ਕਿਸੇ ਦੀ ਰੂਹ ਅੱਜ ਸੋਹਣੀ ਆ, ਕੋਈ ਚੰਗੇ ਸੁਭਾਅ ਵਾਲਾ ਹੈ ਇਨਸਾਨ, ਤਾਂ ਉਹਦੇ ਤੇ ਗੁਰੂ ਦੀ ਕਿਰਪਾ ਹੀ ਆ, ਉਹ ਤਾਂ ਹੈ। ਪਰ ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨਹਾਰਾ। ਇਨਸਾਨ ਹੁਕਮ ਵਿੱਚ ਆਉਂਦਾ ਰੱਬ ਦੇ, ਬਾਹਰ ਨਹੀਂ ਉਹਦੇ ਤੋਂ ਹੋ ਸਕਦਾ। ਮੱਛੀ ਸਮੁੰਦਰ ਵਿੱਚ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ, ਬਾਹਰ ਜਾਊ ਤਾਂ ਮਰ ਜੂਗੀ। ਉਹ ਰਹਿਣਾ ਚਾਹੁੰਦੀ ਆ। ਇਨਸਾਨ ਪਰਮਾਤਮਾ ਦੇ ਹੁਕਮ ਅੰਦਰ ਹੈ, ਪਰ ਹੁਕਮ ਨਹੀਂ ਬੁੱਝਦਾ, ਉਹਦੇ ਹੁਕਮ ਨੂੰ ਸਮਝ ਨਹੀਂ ਪਾਉਂਦਾ ਵੀ ਉਹ ਚਾਹੁੰਦਾ ਕੀ ਆ ਇਨਸਾਨ ਨੂੰ। ਜਿਵੇਂ ਕਿ ਗੁਰੂ ਸਾਹਿਬ ਜੀ ਕਹਿੰਦੇ ਆ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਬੰਦੇ ਦੀ ਮੱਤ ਵਿੱਚ ਬਹੁਤ ਚੰਗੇ ਖਿਆਲ ਆ, ਪਰ ਜੇ ਉਹ ਗੁਰੂ ਦੀ ਸੁਣ ਲਵੇ, ਜੇ ਉਹ ਗੁਰੂ ਦੀ ਸੁਣ ਲਵੇ। ਦੁਨੀਆ में कुछ ऐसे भी कमल होते हैं, खिलते नहीं वक्त उजल होते हैं। जे बात जुदा है कि वो तामीर ना हो, हर जेहन में कुछ ताज महल होते हैं। हर बंदे दे अंदर चंगे ख्याल ਹੁੰਦੇ ਆ, ਹਰ ਬੰਦੇ ਦੇ ਅੰਦਰ ਤਾਜ ਮਹਿਲ ਹੁੰਦਾ। ਤਾਜ ਮਹਿਲ ਤੋਂ ਭਾਵ ਚੰਗੇ ਖਿਆਲ ਹੁੰਦੇ ਆ, ਪਰ ਉਹ ਵੱਖਰੀ ਗੱਲ ਆ, ਉਹਨੂੰ ਕਰਦਾ ਨਹੀਂ ਹੈਗਾ। ਦੁਨੀਆ ਵਿੱਚ ਬਹੁਤ ਕਲੀਆਂ ਹੁੰਦੀਆਂ, ਖਿੜਦੀਆਂ ਨਹੀਂ, ਉਹ ਫੁੱਲ ਨਹੀਂ ਬਣ ਪਾਉਂਦੀਆਂ। दुनिया में कुछ ऐसे भी कमल होते हैं, खिलते नहीं वक्त उजल होते हैं। ਸਮੇਂ ਦੇ ਹਿਸਾਬ ਦੇ ਨਾਲ ਉਹ ਮੁਰਝਾ ਜੇ ਜਾਂਦੇ ਆ। ਜੇ ਬਾਤ ਜੁਦਾ ਹੈ ਕਿ ਉਹ ਤਾਮੀਰ ਨਾ ਹੋ, ਉਹ ਗੱਲ ਵੱਖਰੀ ਆ ਕਿ ਆਪਣੇ ਖਿਆਲਾਂ ਨੂੰ ਬੰਦਾ ਬਾਹਰ ਨਾ ਕੱਢੇ, ਪਰ ਹਰ ਜਿਹਨ ਮੇ ਕੁਝ ਤਾਜ ਮਹਿਲ ਹੋਤੇ ਹੈ। ਹਰ ਬੰਦੇ ਅੰਦਰ ਚੰਗੇ ਖਿਆਲ ਭਰੇ ਪਏ ਆ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਕਿਸ਼ੋਰ ਅਵਸਥਾ ਦੀ ਹੋ ਗਈ ਆ। ਕਿਸ਼ੋਰ ਪਤਾ ਕਿਹਨੂੰ ਕਹਿੰਦੇ ਨੇ? ਗੱਭਰੂ ਹੋਣ ਤੋਂ ਪਹਿਲਾਂ, ਨਿਆਣੇ ਹੋਣ ਤੋਂ ਬਾਅਦ ਵਿਚਕਾਰਲਾ ਸਮਾਂ, ਇਹਨੂੰ ਕਿਸ਼ੋਰ ਕਹਿੰਦੇ ਨੇ। ਜਦੋਂ ਆਪਾਂ ਕਹਿ ਸਕਦੇ ਹਾਂ ਇਹ ਪੂਰਾ ਨੌਜਵਾਨ ਵੀ ਨਹੀਂ ਹੈਗਾ, ਇਹ ਹੁਣ ਨਿਆਣਾ ਵੀ ਨਹੀਂ ਹੈਗਾ, ਉਹਦੇ ਵਿਚਕਾਰਲਾ ਸਮਾਂ ਨੂੰ ਕਿਸ਼ੋਰ ਅਵਸਥਾ ਕਹਿੰਦੇ ਆ। ਗੱਭਰੂ ਹੋਣ ਤੋਂ ਪਹਿਲਾਂ, ਨੌਜਵਾਨ ਹੋਣ ਤੋਂ ਪਹਿਲਾਂ, ਨਿਆਣੇ ਹੋਣ ਤੋਂ ਬਾਅਦ। ਘਰ ਦੇ ਦਲਾਨ ਵਿੱਚ ਗੁਰੂ ਨਾਨਕ ਜੀ ਪਏ ਰਹਿੰਦੇ ਆ। ਮਾਂ ਪਿਓ ਨੂੰ ਇੱਦਾਂ ਲੱਗਦਾ ਵੀ ਉਹ ਪਏ ਰਹਿੰਦੇ ਆ, ਲੋਕਾਂ ਨੂੰ ਇੱਦਾਂ ਲੱਗਦਾ, ਗਵਾਂਢੀਆਂ ਨੂੰ ਇੱਦਾਂ ਲੱਗਦਾ, ਪਰ ਉਹ ਪਏ ਨਹੀਂ ਰਹਿੰਦੇ, ਉਹ ਲੀਨ ਰਹਿੰਦੇ ਆ, ਰੱਬ ਦੇ ਵਿੱਚ ਲੀਨ ਰਹਿੰਦੇ ਆ। ਜਦੋਂ ਬੰਦਾ ਅੱਖਾਂ ਮੀਟ ਕੇ ਬੈਠੇ ਰੱਬ ਦੀ ਯਾਦ ਵਿੱਚ, ਕੁਝ ਵੀ ਅੰਦਰ ਨਾ ਹੋਵੇ, ਹੋਰ ਕੋਈ ਵੀ ਦੂਜੀ ਚੀਜ਼ ਉਹਦੇ ਬਿਨਾਂ, ਉਹਨੂੰ ਸਮਾਧੀ ਕਹਿੰਦੇ ਆ। ਬਸ ਉੱਥੇ ਉਹ ਰਹਿੰਦੇ ਆ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ। ਇੱਥੇ ਇਹ ਵਾਲੀ ਅਵਸਥਾ ਵਿੱਚ ਇੱਕ ਦਿਨ ਪਿਤਾ ਜੀ ਕਹਿਣ ਲੱਗੇ, ਪੁੱਤਰ ਦੇਖ 4 ਤਰੀਕੇ ਆ ਪੈਸਾ ਕਮਾਉਣ ਦੇ। ਵਿਸਾਖੀ ਬੜੀ ਪਿਆਰੀ ਲੱਗੀ ਮੈਨੂੰ। ਇਹ ਰੋਜ਼ਾਨਾ ਹੀ ਆਪਾਂ ਇਹਦੀ ਸਾਂਝ ਪਾਉਂਦੇ ਹਾਂ। ਲੜੀਵਾਰ ਜਿਵੇਂ ਇਤਿਹਾਸ ਆਪਾਂ ਸ਼ੁਰੂ ਕੀਤਾ ਹੈ, ਗੁਰੂ ਨਾਨਕ ਜੀ ਦੀਆਂ ਸਾਖੀਆਂ। ਕਹਿੰਦੇ ਪੁੱਤਰ ਜੀ 4 ਤਰੀਕੇ ਆ ਤੇ 4 ਹੀ ਆਪਣੇ ਹੱਥ 'ਚ ਆ। ਪਹਿਲਾ ਹੈ ਹਾਲੀ, ਪਹਿਲਾ ਕਿਰਸਾਣੀ। ਪਹਿਲਾ ਤਰੀਕਾ ਵੀ ਆਪਣੇ ਕੋਲ ਖੇਤ ਹੈਗੇ ਆ, ਪੈਲੀ ਹੈਗੀ ਆ, ਤੂੰ ਪੈਲੀ ਵਾਲਿਆ ਕਰ, ਖੇਤੀ ਕਰਿਆ ਕਰ। ਪਹਿਲਾ ਤਰੀਕਾ ਇਹ ਆ ਪੈਸਾ ਕਮਾਉਣ ਦਾ। 4 ਤਰੀਕੇ ਉਹਨਾਂ ਨੇ ਦੱਸੇ। ਕਹਿੰਦੇ ਇਹ ਕਰ ਲਾ, ਪੈਲੀ ਕਰਦੀ ਆ, ਤੂੰ ਖੇਤ ਜਾ ਤੇ ਹਲ ਵਾਹ, ਪੈਸੇ ਆਉਣਗੇ। ਕਹਿੰਦੇ ਚੱਲ ਜੇ ਤੇਰਾ ਇਹਦੇ ਵਿੱਚ ਮਨ ਨਹੀਂ ਨਾ, ਤੇ ਆਪਾਂ ਦੂਜਾ ਤਰੀਕਾ ਕਰ ਲੈਂਦੇ ਹਾਂ। ਦੂਜਾ ਤਰੀਕਾ ਇਹ ਹੈ ਕਿ ਆਪਾਂ ਹੱਟੀ ਪਾ ਲੈਂਦੇ ਹਾਂ। ਕੋਈ
ਆਪਾਂ ਹੱਟ ਖੋਲ ਲੈਂਦੇ ਆ, ਉਹਦੇ ਵਿੱਚ ਸੌਦਾ ਪਾ ਲਾਂਗੇ। ਤੂੰ ਹੱਟੀ ਤੇ ਬਹਿ ਜਿਆ ਕਰੀ, ਮੁਨਾਫੇ ਤੇ ਚੀਜ਼ਾਂ ਵੇਚ ਦਿਆ ਕਰੀ। ਐਵੇਂ ਵੀ ਕੁਝ ਬੰਦੇ ਦਾ ਬਣ ਜਾਂਦਾ ਹੈ, ਐਵੇਂ ਵੀ ਤੈਨੂੰ ਹੱਟੀ ਪਾ ਦਿੰਦੇ ਆ। ਇਹ ਕਰਨਾ ਚਾਹੁੰਦਾ ਤਾਂ ਦੱਸ, ਇਹ ਕਰਾ ਦਿੰਦੇ ਆ। ਦਲਾਨ ਵਿੱਚ ਤੂੰ ਪਿਆ ਰਹਿਣਾ ਹੈ, ਘਰ ਵਿੱਚ ਤੇਰਾ ਜੀ ਨਹੀਂ ਲੱਗਦਾ, ਮੱਝਾਂ ਗਾਵਾਂ 'ਚ ਤੂੰ ਜ਼ਿਆਦਾ ਖੁਸ਼ ਰਹਿਣਾ, ਬਾਹਰ ਜਦੋਂ ਬਹਿਨਾ ਉਦੋਂ ਮਸਤ ਰਹਿਣਾ। ਇਹ ਪਿਤਾ ਜੀ ਦੇ ਬੋਲ ਆ ਗੁਰੂ ਨਾਨਕ ਜੀ ਪ੍ਰਤੀ। ਦੂਜੀ ਚੀਜ਼ ਕਹਿੰਦੇ ਹੱਟੀ ਪਾ ਦਿੰਦੇ ਆ, ਸੌਦਾ ਪਾ ਦਿੰਦੇ ਆ। ਉਹ ਕਹਿੰਦੇ ਨਹੀਂ, ਇਹ ਵੀ ਠੀਕ ਨਹੀਂ। ਤੀਜੀ ਗੱਲ ਕਹਿੰਦੇ ਫਿਰ ਵਪਾਰੀ ਬਣ ਜਾ, ਤੂੰ ਵਣਜ ਕਰਿਆ ਕਰ, ਉਹਦੇ ਲਈ ਵੀ ਤੈਨੂੰ ਦੂਰ ਦੂਰ ਭੇਜ ਦਿਆ ਕਰਾਂਗੇ। ਨਾਲ ਤੇਰੇ ਭਾਈ ਬਾਲਾ ਜੀ ਨੂੰ ਭੇਜ ਦਿਆ ਕਰਾਂਗੇ, ਚੱਲ ਉਮਰ 'ਚ ਥੋੜ੍ਹੇ ਵੱਡੇ ਆ, ਸਿਆਣੇ ਆ, ਤੇਰੇ ਨਾਲ ਭੇਜ ਦਾਂਗੇ। ਉਹ ਕਹਿੰਦੇ ਨਹੀਂ, ਇਹ ਵੀ ਹਜੇ ਗੱਲ ਨਹੀਂ ਬਣੀ। ਚੌਥੀ ਚੀਜ਼ ਕਹਿੰਦੇ ਜਿਵੇਂ ਮੈਂ ਨੌਕਰੀ ਕਰਦਾ ਰਾਏ ਬਲਾਰ ਕੋਲੇ ਪਟਵਾਰੀ ਦੀ, ਇਹ ਜੋਬ ਕਰਦਾ, ਨੌਕਰੀ ਕਰਦਾ, ਐਵੇਂ ਕਹਿੰਦੇ ਸਰਕਾਰੀ ਇੱਕ ਨੌਕਰੀ ਦਵਾ ਦਿੰਦੇ ਆ ਕਹਿ ਕਹਾਗੇ। ਉਵੇਂ ਫਿਰ ਕਹਿੰਦੇ ਬੰਦਾ ਕੁਝ ਖਰਚ ਲੈਂਦਾ, ਬੰਦਾ ਕੁਝ ਜੋੜ ਵੀ ਲੈਂਦਾ। ਇਹਨਾਂ ਚਾਰਾਂ 'ਚੋਂ ਤੈਨੂੰ ਦੱਸ ਵੀ ਕਿਹੜੀ ਚੀਜ਼ ਪਸੰਦ ਆ, ਉਹ ਕਰਵਾ ਦਿੰਦੇ ਆ। ਦਲਾਨ ਵਿੱਚ ਤੂੰ ਪਿਆ ਰਹਿਣਾ ਹੈ। ਭਾਈ ਵੀਰ ਸਿੰਘ ਜੀ ਲਿਖਦੇ ਆ। ਤੇ ਕਹਿੰਦੇ ਗੁਰੂ ਨਾਨਕ ਜੀ ਨੂੰ ਫਿਰ ਉਹ ਪਿਤਾ ਜੀ ਵਾਰ-ਵਾਰ ਕਹਿੰਦੇ ਆ ਵੀ ਇਹ ਗੱਲ ਠੀਕ ਨਹੀਂ, ਕੋਈ ਕੰਮ ਕਰ। ਪੜ੍ਹਨ ਤੂੰ ਨਹੀਂ ਗਿਆ, ਗੋਪਾਲ ਪਾਂਧੇ ਕੋਲ ਪੜ੍ਹਾਇਆ, ਮੌਲਵੀ ਕੋਲ ਤੈਨੂੰ ਪੜ੍ਹਾਇਆ, ਸਭ ਕੁਝ ਹੋ ਗਿਆ, ਪਰ ਕਰਕੇ ਦੇਖ ਲਿਆ। ਹੁਣ ਤੂੰ ਦੱਸ ਤੂੰ ਕੀ ਚਾਹੁੰਦਾ ਹੈ। ਵੀ ਉਹ ਆਪਾਂ ਉੱਦਾਂ ਕਰ ਲੈਂਦੇ ਹਾਂ ਜਿੱਦਾਂ ਪਿਤਾ ਜੀ ਪੁੱਛਦੇ ਹੁੰਦੇ ਆ। ਉਹ ਕਹਿੰਦੇ ਸਭ ਕੁਝ ਹੀ ਅਸੀਂ ਕਰਦੇ ਹਾਂ ਪਿਤਾ ਜੀ, ਮੈਂ ਕਿਤੇ ਖੇਤੀ ਨਹੀਂ ਕਰਦਾ। ਇਹ ਉਦੋਂ ਦੇ ਜਵਾਬ ਆ। ਉਹ ਕਹਿੰਦੇ ਫਿਰ ਤੂੰ ਝੂਠ ਕਿਉਂ ਬੋਲਦਾ, ਹਲ ਤਾਂ ਮੈਨੂੰ ਦੀਂਦੇ ਨਹੀਂ ਕਿਤੇ, ਬੀਜ ਮੈਨੂੰ ਨੇ ਕਿਤੇ ਦੀਂਦਾ, ਸੁਹਾਗਾ ਮੈਨੂੰ ਨਹੀਂ ਕਿਤੇ ਦੀਂਦਾ। ਤੂੰ ਕਹਿੰਦਾ ਮੇਰੀ ਹੱਟੀ ਪਾਈ ਆ, ਹੱਟੀ ਮੈਨੂੰ ਨਹੀਂ ਕਿਤੇ ਦੀਂਦੀ। ਤੂੰ ਕਹਿੰਦਾ ਮੇਰਾ ਸੌਦਾ ਪਾਇਆ, ਸੌਦਾ ਸਾਨੂੰ ਨਹੀਂ ਦੀਂਦਾ। ਤੂੰ ਕਹਿੰਦਾ ਮੈਂ ਵਪਾਰ ਕਰਦਾ, ਵਪਾਰ ਵਿੱਚ ਖੱਟਿਆ ਲਾਭ ਮੈਨੂੰ ਨਹੀਂ ਦੀਂਦਾ। ਤੂੰ ਕਹਿੰਦਾ ਮੇਰੇ ਕੋਲ ਘੋੜੇ ਆ, ਘੋੜਿਆਂ ਦੇ ਵਪਾਰ, ਘੋੜੇ ਮੈਨੂੰ ਨਹੀਂ ਕਿਤੇ ਦੀਂਦੇ। ਇਹ ਸਾਰੀਆਂ ਚੀਜ਼ਾਂ ਕਿਵੇਂ ਹੋ ਗਈਆਂ ਕਿ ਹੁਣ ਤੂੰ ਇਹੀ ਗੱਲਾਂ ਕਰੇਗਾ ਕਿ ਕੋਈ ਕੰਮ ਵੀ ਕਰੇਗਾ। ਉਹ ਕਹਿੰਦੇ ਪਿਤਾ ਜੀ ਜਿਹੜਾ ਮੇਰਾ ਸਰੀਰ ਆ ਨਾ, ਸਰੀਰ ਇਹ ਮੇਰਾ ਖੇਤ ਆ। ਉਹਦੇ ਸ਼ਬਦ ਵੀ ਉਚਾਰਿਆ ਹੈ, ਜਿਹੜਾ ਮੇਰਾ ਸਰੀਰ ਆ, ਪਿੰਡਾ ਹੈ ਪਿਤਾ ਜੀ, ਇਹ ਇੱਕ ਬਾਵਲ ਜੀ, ਇੱਥੇ ਕਹਿੰਦੇ ਬਾਵਲ ਜੀ ਇਹ ਖੇਤ ਆ, ਪਿਆਰ ਨਾ ਗਿਆ ਪਿਤਾ ਜੀ ਨੂੰ। ਜਿਹੜਾ ਮੇਰਾ ਮਨ ਆ ਉਹ ਕਿਸਾਨ ਆ, ਜਿਹੜਾ ਵਾਹਿਗੁਰੂ ਦਾ ਨਾਮ ਆ ਉਹ ਬੀਜ ਆ। ਇਹ ਸਰੀਰ ਰੂਪੀ ਧਰਤੀ ਦੇ ਵਿੱਚ ਮੈਂ ਨਾਮ ਦਾ ਬੀਜ ਬੋਨਾ ਹਾਂ ਤੇ ਉਹਦੇ ਉੱਪਰ ਚਿੜੀਆਂ ਨਾ ਉਹਨੂੰ ਖਾ ਜਾਣ। ਫਿਰ ਸੁਹਾਗੇ ਦੀ ਵੀ ਲੋੜ ਹੁੰਦੀ ਹੈ ਨਾ, ਸੁਹਾਗਾ ਫੇਰਿਆ ਜਾਂਦਾ ਵੀ ਪੰਛੀ ਨਾ ਉਹਨੂੰ ਖਾ ਜਾਣ, ਬੀਜ ਦੱਬੇ ਜਾਣ। ਸੰਤੋਖ ਸੁਹਾਗਾ ਹੈ, ਜਿਹੜਾ ਰੱਬ ਨੇ ਮੈਨੂੰ ਕੁਝ ਦੇ ਦਿੱਤਾ ਉਹਦੇ ਤੇ ਸਬਰ ਕਰਨਾ ਵੀ ਠੀਕ, ਇਹ ਸੁਹਾਗਾ ਹੈ। ਐਵੇਂ ਫਿਰ ਜਿਹੜੇ ਔਗਣ ਆ ਉਹ ਬੰਦੇ ਨੂੰ ਖਾ ਨਹੀਂ ਸਕਦੇ, ਉਹਦੇ ਗੁਣਾਂ ਨੂੰ। ਜਿਵੇਂ ਸੁਹਾਗਾ ਫੇਰਦੇ ਆ, ਉਹ ਡਲੀਆਂ ਭੁਰ ਜਾਂਦੀਆਂ, ਉੱਪਰ ਪੈ ਜਾਂਦੀਆਂ ਉਹਦੇ ਬੀਜਾਂ ਦੇ, ਫਿਰ ਉਹਨੂੰ ਪੰਛੀ ਖਾ ਨਹੀਂ ਨਾ ਸਕਦੇ। ਸੰਤੋਖ ਜਿਹੜਾ ਹੈ ਉਹਨੂੰ ਮੈਂ ਸੁਹਾਗਾ ਬਣਾਇਆ ਹੈ। ਤੇ ਇਹ ਜਿਹੜੀ ਹੱਟੀ ਆ ਉਹ ਵੀ ਮੈਂ ਸ਼ੁਰੂ ਕੀਤੀ ਆ, ਉਹਦੇ ਵਿੱਚ ਮੈਂ ਨਾਮ ਦਾ ਸੌਦਾ ਪਾਇਆ। ਤੇ ਇਹਦੇ ਜਿਹੜੇ ਚੰਗਾ ਕਰੈਕਟਰ ਆ, ਇਖਲਾਕ ਜਿਹਨੂੰ ਕਹਿੰਦੇ ਆ, ਸ਼ੁੱਧ ਕਰੈਕਟਰ, ਸਾਫ਼ ਉੱਚਾ ਆਚਰਣ ਜਿਹਨੂੰ ਕਹਿੰਦੇ ਆ, ਕਹਿੰਦੇ ਉਹੀ ਮੇਰੇ ਕੋਲ ਘੋੜੇ ਆ, ਉਹੀ ਲੈ ਕੇ ਮੈਂ ਚੱਲ ਰਿਹਾ, ਅੱਗੇ ਵੱਧ ਰਿਹਾ। ਇਹ ਸਾਰੀਆਂ ਚੀਜ਼ਾਂ ਮੈਂ ਕਰਕੇ ਦੇਖ ਲਈਆਂ ਨੇ ਪਿਤਾ ਜੀ, ਬਾਕੀ ਚੀਜ਼ਾਂ ਇੱਥੇ ਪਈਆਂ ਰਹਿ ਜਾਣਗੀਆਂ, ਇਹਨਾਂ ਨੇ ਨਾਲ ਨਿਭਣਾ। ਤਾਂ ਮੈਂ ਹੱਟ ਪਾਈ ਆ, ਹਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋਂ ਰੱਖ, ਵਣਜਾਰਿਆਂ ਸਿਓ ਵਣਜ ਕਰ। ਰੱਬ ਦੇ ਪਿਆਰਿਆਂ ਕੋਲ ਬਹਿ ਕੇ ਮੈਂ ਉਹਨਾਂ ਨਾਲ ਨਾਮ ਦਾ ਸੌਦਾ, ਉਹਦਾ ਵਪਾਰ ਕੀਤਾ। ਲੈ ਲਾਹਾ ਮਨ ਹੱਸ, ਐਵੇਂ ਬੰਦਾ ਖੁਸ਼ੀ ਖੁਸ਼ੀ ਜਾਂਦਾ ਦੁਨੀਆ ਤੋਂ, ਨਹੀਂ ਰੋਂਦਾ ਜਾਂਦਾ ਹੈ। ਇਹ ਪਿਤਾ ਜੀ ਮੈਂ ਕੀਤੀਆਂ। ਬਾਬਾ ਮਾਇਆ ਸਾਥ ਨਾ ਹੋਏ, ਬਾਵਲ ਜੀ ਇੱਥੇ ਆਪਣੇ ਪਿਤਾ ਨੂੰ ਕਿਹਾ, ਬਾਵਲ ਜੀ ਪਿਤਾ ਜੀ ਮਾਇਆ ਇੱਥੇ ਪਈ ਰਹਿ ਜਾਂਦੀ ਆ। ਭਾਵ ਕਿ ਮੈਂ ਉਹ ਚੀਜ਼ ਕਰਨੀ ਚਾਹੁੰਦਾ ਜਿਹੜੀ ਮੇਰੇ ਨਾਲ ਨਿਭੇ।
ਉਹ ਪਿਤਾ ਜੀ ਨੂੰ ਹੁਣ ਸਮਝ ਨਹੀਂ ਆਉਂਦੀਆਂ ਸੀ ਉਦੋਂ ਇਹ ਗੱਲਾਂ। ਕੁਦਰਤੀ ਤੌਰ 'ਤੇ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ, ਇਹਨਾਂ ਨੂੰ ਮਾਂ ਪਿਓ ਸ਼ਰੀਕਾ ਜਿਹੜਾ ਹੁੰਦਾ ਘੱਟ ਹੀ ਸਮਝਦਾ। ਕਦੇ ਕਦੇ ਹੁੰਦਾ ਵੀ ਕੋਈ ਸਮਝ ਲੇ। ਅਖੀਰਲੇ ਸਮੇਂ 'ਚ ਤਾਂ ਪਿਤਾ ਜੀ ਨੂੰ ਵੀ ਚਾਨਣ ਪੂਰਾ ਮਹਾਰਾਜ ਨੇ ਕਰਵਾਇਆ, ਮਾਤਾ ਜੀ ਨੂੰ ਵੀ ਕਰਵਾਇਆ। ਇਹ ਪਹਿਲਾਂ ਦੀਆਂ ਗੱਲਾਂ ਜਦੋਂ ਕਿਸ਼ੋਰ ਅਵਸਥਾ ਸੀ ਵੀ ਇਹ ਚੀਜ਼ਾਂ ਵੀ ਹੁੰਦੀਆਂ ਨੇ। ਪਿਤਾ ਜੀ, ਪੈਸਾ ਜ਼ਰੂਰੀ ਅੰਗਾ, ਪੈਸੇ ਤੋਂ ਬਿਨਾਂ ਕੁਝ ਵੀ ਨਹੀਂ ਆਉਂਦਾ, ਰੋਟੀ ਵੀ ਨਹੀਂ ਪੱਕਦੀ, ਪੈਸੇ ਤੋਂ ਬਿਨਾਂ ਕੱਪੜੇ ਵੀ ਨਹੀਂ ਆਉਂਦੇ ਜਿਹੜੇ ਪਾਉਣੇ ਆ, ਕੱਜ ਵੀ ਨਹੀਂ ਸਕਦੇ ਆਪਾਂ ਆਪਦਾ ਤਨ। ਗੱਲ ਇਹ ਨਹੀਂ ਬਾਬਲ ਜੀ, ਗੱਲ ਇਹ ਆ ਵੀ ਇਹ ਪਾ ਕੇ ਵੀ ਕੀ ਅਸੀਂ ਖੁਸ਼ੀ ਖੁਸ਼ੀ ਜਾਵਾਂਗੇ ਇਸ ਦੁਨੀਆ ਤੋਂ? ਜਾਣਾ ਸਭ ਨੇ ਆ, ਵੀ ਇਹ ਪਾ ਕੇ ਕੀ ਵਾਕਈ ਬੰਦਾ ਹੱਸਦਾ ਜਾਊਗਾ? ਨਹੀਂ। ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਲੈ ਲਾਹਾ ਮਨ ਹੱਸ। ਹੱਸਦਾ ਜੇ ਤੂੰ ਜਾਣਾ ਚਾਹੁੰਦਾ ਹੈ ਬੰਦਿਆ ਤਾਂ ਬਾਣੀ ਨੂੰ ਅੰਦਰ ਵਸਾ। ਗੁਰੂ ਨਾਨਕ ਜੀ ਦਾ ਅੱਜ ਹੁਕਮਨਾਮਾ ਆਇਆ ਹੈ। ਉਹ ਕਹਿੰਦੇ ਹੁਕਮ ਹੀ ਆਇਆ, ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ। ਬੰਦਾ ਰੱਬ ਦੇ ਹੁਕਮ 'ਚ ਹੀ ਆਉਂਦਾ ਨਾ ਜ਼ਮੀਨ 'ਤੇ, ਇਸ ਧਰਤੀ 'ਤੇ। ਇਸ ਧਰਤੀ 'ਤੇ ਜਦੋਂ ਉਹਨੇ ਭੇਜਿਆ ਉਦੋਂ ਆ ਗਏ ਅਸੀਂ। ਨਾ ਹੀ ਸਾਨੂੰ ਪਤਾ ਵੀ ਕਿਹੜੇ ਮਾਂ ਪਿਓ ਸਾਨੂੰ ਮਿਲਣੇ ਸੀ, ਨਾ ਹੀ ਇਹਦੇ ਵਿੱਚ ਚੋਣ ਸੀ ਕੋਈ, ਨਾ ਨੈਣ ਨਕਸ਼ਾਂ ਦੀ ਕੋਈ ਚੋਣ ਆ, ਨਾ ਹੀ ਚਮੜੀ ਦੇ ਰੰਗ ਦੀ ਕੋਈ ਚੋਣ ਆ। ਜਿਵੇਂ ਦੇਦਾ ਬਸ ਕਬੂਲ ਕਰਨਾ ਪਿਆ। ਹੁਕਮ ਹੀ ਆਇਆ, ਹੁਕਮ ਹੀ ਜਾਵੇਗਾ ਬੰਦਾ। ਉਹਦੇ ਹੁਕਮ 'ਚ ਹੀ ਉਹਨੇ ਆਵਾਜ਼ ਮਾਰੀ, ਜਾਣਾ ਪਵੇਗਾ। ਸੱਦੇ ਉੱਠੀ ਜਾਹੇ, ਕੱਲੇ ਆਵੇ ਨਾਨਕਾ। ਤੂੰ ਘੱਲਿਆ ਅਸੀਂ ਜੱਗ ਵਿੱਚ ਆਏ, ਤੂੰ ਸੱਦੇ ਉੱਠ ਜਾਣਾ, ਪੈਰ ਪਸਾਰ ਇੱਥੇ ਨਹੀਂ ਰਹਿਣਾ, ਕਿਆ ਰਾਜਾ ਕਿਆ ਰਾਣਾ। ਇਹ ਚੀਜ਼ਾਂ ਹੁਣ ਉਹਦੀ ਵਿਚਲੀ ਚੀਜ਼ ਜਿਹੜੀ ਆ ਉਹਨੇ ਭੇਜਤਾ, ਆ ਗਏ, ਉਹਨੇ ਸੱਦ ਲੈਣਾ, ਜਾਣਾ ਪੈਣਾ। ਉਹ ਜਿਹੜੀ ਵਿਚਕਾਰਲੀ ਚੀਜ਼ ਆ ਉਹਦੇ ਵਿੱਚ ਜਿਹੜੀਆਂ ਮਰਜ਼ੀਆਂ ਸੀ ਜੋ ਕਰਦੇ ਆ ਭਾਵ, ਉਹ ਕਹਿੰਦੇ ਵੀ ਅਸੀਂ ਕੀਤਾ, ਅਸੀਂ ਕੀਤਾ, ਮੈਂ ਕੀਤਾ, ਬਸ ਉਹੀ ਕਹਿੰਦੇ ਆ ਵੀ ਉਹੀ ਸ਼ੈਤਾਨ ਵਾਲੀ ਗੱਲ। ਭੇਜਿਆ ਉਹਨੇ, ਸੱਦਣਾ ਉਹਨੇ, ਜਿਹੜੀ ਵਿਚਾਲੇ ਡੁਗਡੁਗੀ ਵੱਜਦੀ ਆ ਬਸ ਉਹ ਹਉਮੈ ਆ। ਉਹਦੇ ਕਰਕੇ ਫਿਰ ਸਾਰੀ ਪਵਾੜਿਆਂ ਦੀ ਜੜ ਜਿਹੜੀ ਆ ਬਸ ਇਹੀ ਚੀਜ਼ ਆ। ਹਉਮੈ ਇਹੋ ਸਰੀਰ ਹੈ, ਹਉਮੈ ਦੀਰਘ ਰੋਗ ਹੈ। ਬਸ ਜਦੋਂ ਹਉਮੈ ਮਿਟ ਗਈ ਉਦੋਂ ਬੰਦਾ ਕਹੂਗਾ ਸਭ ਤੂੰ ਹੈ, ਸਭ ਤੂੰ ਹੈ ਮੇਰੇ ਪਿਆਰੇ। ਜਦੋਂ ਹਉਮੈ ਆ ਗਈ ਉਦੋਂ ਬੰਦਾ ਕਹੂਗਾ ਬੱਕਰੇ ਵਾਂਗੂ ਮੈਂ, ਉਦੋਂ ਇਹ ਕਹੂਗਾ। ਇਹ ਚੀਜ਼ ਜਿਹੜੀ ਬਾਣੀ ਕੋਲ ਬਹਿ ਕੇ ਪਤਾ ਲੱਗਦੀ ਵੀ ਮੈਂ ਕਿੰਨੇ ਕੁ ਜੋਗਾ। ਅਸੀਂ ਮਿੱਟੀ ਨਹੀਂ ਹੈਗੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਮਿੱਟੀ ਨੂੰ ਖੁਰਨ ਨੂੰ ਸਮਾਂ ਲੱਗਦਾ, ਮਿੱਟੀ ਨੂੰ ਖੁਰਚਣਾ ਪੈਂਦਾ ਕਈ ਵਾਰੀ। ਅਸੀਂ ਰੇਤ ਦੀ ਕੰਧ ਆ। ਬੜੀ ਸੋਹਣੀ ਗੱਲ ਕਹੀ। ਰੇਤ ਦੀ ਕੰਧ ਬਣਾਇਆ ਨਹੀਂ ਬਣਦੀ, ਬਣਾਓ ਢਹਿ ਜੂ, ਬਣਾਓਗੇ ਪਹਿਲਾਂ ਢਹਿ ਜੂ ਪਹਿਲਾਂ। ਅਸੀਂ ਰੇਤ ਦੀ ਕੰਧ ਆ, ਪਾਣੀ ਦੇ ਬੁਲਬੁਲੇ ਆ। ਬਸ ਇੰਨਾ ਕੀ ਬੰਦੇ ਦਾ ਵਜੂਦ ਆ। ਉਹਨੂੰ ਤੁਸੀਂ ਹੁਣ ਕਹਿ ਲਓ ਮੈਂ ਬਹੁਤ ਵੱਡਾ, ਮੈਂ ਬਹੁਤ ਵੱਡਾ, ਮੈਂ ਬਹੁਤ ਉੱਚਾ, ਬਸ ਇਹੀ ਚੀਜ਼ ਪ੍ਰਭ ਤੋਂ ਦੂਰ ਕਰੂਗੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੇ ਬਾਬਲ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਿਤਾ ਜੀ ਜੇ ਤਾਂ ਸਚਿਆਰ ਹੋਣਾ ਹੈ ਤਾਂ ਉਹਦੇ ਹੁਕਮ ਵਿੱਚ ਚੱਲਣਾ ਪਵੇਗਾ। ਤੇ ਕੁੜਿਆਰ ਤਾਂ ਆਪਾਂ ਹੈਗੇ ਹੀ ਹਾਂ, ਕੁੜਿਆਰ ਤਾਂ ਅਸੀਂ ਹੈਗੇ ਹੀ ਹਾਂ। ਜੇ ਸਚਿਆਰ ਹੋਣਾ ਹੈ ਤਾਂ ਉਹਦੇ ਹੁਕਮ ਵਿੱਚ ਰਹਿਣਾ ਪਵੇਗਾ। ਜੇ ਤਾਂ ਸੋਹਣੇ ਬਣਨਾ, ਅੰਦਰੋਂ ਸੋਹਣੇ ਬਣਨਾ, ਫਿਰ ਉਹਦੇ ਕੋਲ ਬਹਿਣਾ ਪਵੇਗਾ। ਆ ਕੇ ਮਹਾਰਾਜ ਦੀ ਬਾਣੀ ਪੜ੍ਹਨੀ ਪਵੇਗੀ, ਸਭ ਦੇ ਅੰਦਰ ਉਹਨੂੰ ਮਹਿਸੂਸ ਕਰਨਾ ਪਵੇਗਾ। ਕਿਸੇ ਦੀ ਜਗ੍ਹਾ ਖੜ ਕੇ ਉਹਦਾ ਦੁੱਖ ਮਹਿਸੂਸ ਕਰਨਾ ਪਵੇਗਾ, ਫਿਰ ਉਹਨੂੰ ਸਮਝਿਆ ਜਾ ਸਕਦਾ। ਨਹੀਂ ਰਿਸ਼ਤੇ ਜਿਹੜੇ ਨੇ ਸਮਝੇ ਨਹੀਂ ਜਾ ਸਕਦੇ। ਉਹਦੀ ਜਗ੍ਹਾ 'ਤੇ ਖੜ ਕੇ ਬੰਦੇ ਦੇ ਸੋਚਣਾ ਪੈਂਦਾ ਵੀ ਇਹ ਕਿੰਨਾ ਕੁ ਇਹ ਦੁਖੀ ਆ, ਫਿਰ ਗੱਲ ਬਣਦੀ। ਅੱਜ ਦੇ ਦੀਵਾਨ 'ਚ ਇਤਨਾ ਹੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਤੇ ਪਿਤਾ ਕਲਿਆਣ ਚੰਦ ਜੀ, ਮਹਿਤਾ ਕਾਲੂ ਜੀ, ਉਹਨਾਂ ਦੀ ਸ਼ਾਨ ਬੜੀ ਉੱਚੀ ਹੈ। ਬੋਲਦੇ ਆ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ। ਹਾਂਜੀ, ਗੁਰੂ ਦੀ ਸੰਗਤ ਸਤਿਗੁਰੂ ਜੀ ਬਖਸ਼ ਲੈਣ। ਆਓ ਰਲ ਕੇ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ
ਗੁਰੂ ਵਾਹਿਗੁਰੂ 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 ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ